ਭਵਾਨੀਆਂ ਕਹਾਣੀਆਂ ਉੱਤੇ ਸੁਪੁੱਤ ਕਰੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪ੍ਰਸੰਗ ਸਰਬ ਅਕਾਲੀ ਸਤਿਗੁਰੂ ਨਾਨਕ ਦੇਵ ਜੀ। ਅੱਜ ਮੋੜ ਫਿਰ ਤੋਂ ਸ਼ੁਰੂ ਕਰੀਏ। ਹੁਣ ਸਾਇੰਸ ਵੇਤਾ ਤੇ ਬ੍ਰਹਮ ਵੇਤਾ। ਸੰਸਾਰ ਵਿੱਚ ਹੁਣ ਅਕਲ ਤੇ ਸਮਝ ਤਰੱਕੀ ਪਰ ਹਨ। ਅੱਗੇ ਵੀ ਬੁੱਧ ਜੀ ਦੇ ਵੇਲੇ ਤੇ ਮਗਰੋਂ ਅਕਲਾਂ ਸਾਣੇ ਚੜ੍ਹੀਆਂ ਸਨ। ਕੋਮਲ ਉਨਰਾਂ ਤਰੱਕੀ ਕੀਤੀ ਸੀ। ਫਿਲਾਸਫੀ ਨੇ ਛਾਲਾਂ ਮਾਰੀਆਂ ਸਨ। ਕਾਨੂੰਨ ਬਣੇ ਸਨ। ਐਸ਼ ਦੇ ਸਮਾਨ ਤਰੱਕੀ ਤੇ ਗਏ ਸਨ। ਸਾਇੰਸ ਜਾਂ ਦਿਸਣ ਵਾਲੇ ਪਦਾਰਥ ਦੇ ਗਿਆਨ ਵੀ ਆਏ ਸਨ। ਪਰ ਕਿਸੇ ਸਮੇਂ ਵਿੱਚ ਸਾਇੰਸ ਦੀ ਤਰੱਕੀ ਦੇ ਐਸ਼ਵਰਜ ਦਾ ਇਹ ਪਤਾ ਅਜੇ ਨਹੀਂ ਚੱਲਦਾ ਕਿ ਇਸ ਔਜ ਤੇ ਇਹ ਵਿਗਿਆਨ ਕਦੇ ਅਪੜਿਆ ਹੋਵੇ ਜਿਸ ਤੇ ਹੁਣ ਅਪੜਿਆ ਹੈ। ਸਾਇੰਸ ਵਿਦਿਆ ਨੂੰ ਹੀ ਕਹਿੰਦੇ ਹਨ, ਪਰ ਇਹ ਦ੍ਰਿਸ਼ਟਮਾਨ ਦੀ ਵਿਦਿਆ ਹੈ ਤੇ ਇਸ ਵਿਦਿਆ ਦਾ ਵਿਸ਼ੇਸ਼ ਲੱਛਣ ਇਹ ਹੈ ਕਿ ਇਹ ਤਜਰਬੇ ਤੇ ਕਾਇਮ ਵਿਦਿਆ ਹੈ। ਜੋ ਜਾਣੀ ਜਾਏ ਗੱਲ ਉਹ ਸਾਬਤ ਹੋ ਜਾਏ ਤਜਰਬੇ ਨਾਲ। ਸਾਇੰਸ ਇਸ ਵੇਲੇ ਸੰਸਾਰ ਦੀ ਸੇਵਾ ਕਰ ਰਹੀ ਹੈ, ਪਰ ਇਹ ਨਿਰੀ ਖੋਜ ਪੜਤਾਲ ਪ੍ਰੀਖਿਆ ਤੇ ਆਪਣੇ ਪ੍ਰਚਾਰ ਵਿੱਚ ਹੀ ਨਹੀਂ ਟੁਰਦੀ। ਇਹ ਟੁਰਦੀ ਜਾਂਦੀ ਹੋਰਨਾਂ ਨਾਲ ਮੋਢੇ ਵੀ ਟਕਰਾਉਂਦੀ ਜਾਂਦੀ ਹੈ। ਧਰਮ ਦੇ ਖਿਆਲਾਂ ਉੱਤੇ ਵੀ ਇਹ ਵਾਰ ਕਰਦੀ ਹੈ ਤੇ ਫਿਲਾਸਫੀ ਨੂੰ ਵੀ ਕਿਤੇ ਧੱਕੇ ਧੌੜੇ ਲਾਉਂਦੀ ਹੈ ਤੇ ਕਦੇ ਆਪਣੇ ਵਜੂਦ ਨੂੰ ਵੀ, ਜੋ 100 ਵਰੇ ਹੋਏ ਜਾਂ ਕਦੇ ਪਹਿਲੋਂ ਤਾਂ ਹੈ ਸੀ, ਉਧੇੜਦੀ ਸਿਉਂਦੀ ਟੁਰਦੀ ਹੈ। ਜਿਨ੍ਹਾਂ ਧਰਮਾਂ ਵਿੱਚ ਐਸੇ ਖਿਆਲ ਸਨ ਕਿ ਉਹ ਗਲਤ ਹਨ, ਮਸਲਨ ਜ਼ਮੀਨ ਦੇ ਹੇਠ ਮੱਛੀ ਹੈ ਕਿ ਬਲਦ ਹੈ ਕਿ ਸੱਪ ਹੈ, ਉਹਨਾਂ ਨੂੰ ਸਾਇੰਸ ਨੇ ਗੋਲਾ ਮਾਰਿਆ ਹੈ ਕਿ ਜ਼ਮੀਨ ਹੇਠਾਂ ਕੁਝ ਨਹੀਂ ਤੇ ਇਹ ਕਿਸੇ ਐਸੇ ਥੰਮੇ ਦੇ ਆਸਰੇ ਨਹੀਂ। ਇਸੇ ਤਰ੍ਹਾਂ ਜੇ ਕਿਸੇ ਫਿਲਾਸਫੀ ਵਿੱਚ ਭੁਕਾਨੇ ਵਿੱਚ ਹਵਾ ਭਰ ਕੇ ਤੋਲੀ ਤੇ ਤੱਕੜੀ ਕਾਫੀ ਨਾਜ਼ੁਕ ਨਾ ਹੋਣ ਕਰਕੇ ਤੋੜ ਦਾ ਪਤਾ ਨਾ ਲੱਗਾ ਤੇ ਹਵਾ ਨੂੰ ਬੇਤੋੜ ਕਹਿ ਦਿੱਤਾ, ਤਾਂ ਉਸ ਨੂੰ ਅੱਜ ਸਾਇੰਸ ਨੇ ਠੁੱਡਾ ਲਾਇਆ ਹੈ। ਪਰੰਤੂ ਕੀ ਸਾਇੰਸ ਇਹ ਅਠਕੇਲੀਆਂ ਗੁਰੂ ਨਾਨਕ ਦੇ ਖਿਆਲਾਂ ਨਾਲ ਵੀ ਕਰਦੀ ਹੈ? ਅਸੀਂ ਦੇਖ ਚੁੱਕੇ ਹਾਂ ਕਿ ਨਹੀਂ? ਦੇਖੋ ਸਭ ਤੋਂ ਵੱਡਾ ਸਤਿਗੁਰੂ ਨਾਨਕ ਵਾਲਾ ਲੇਖ ਜੋ ਇਸ ਪ੍ਰਸੰਗ ਤੋਂ ਅੱਗੇ ਆਵੇਗਾ। ਸੋ ਗੁਰੂ ਨਾਨਕ ਦੇਵ ਜੀ ਨੇ ਸਾਇੰਸ ਆਪਣਾ ਆਦਰਸ਼ ਨਹੀਂ ਸੀ ਬਣਾਇਆ। ਅਰਥਾਤ ਦਿਸਣ ਵਾਲੇ ਪਦਾਰਥਾਂ ਜਾਂ ਨਾ ਦਿਸਣ ਵਾਲੇ, ਪਰ ਕਿਸੇ ਤਰ੍ਹਾਂ ਇੰਦਰੀਆਂ ਦੁਆਰਾ ਜਾਣੇ ਜਾਣ ਵਾਲੇ ਪਦਾਰਥਾਂ ਦੀ ਖੋਜ ਪੜਤਾਲ ਤਜਰਬੇ ਦੀ ਪ੍ਰੀਖਿਆਸ਼ਾਲਾ ਉਹਨਾਂ ਨਹੀਂ ਸੀ ਖੋਲ੍ਹੀ। ਉਹ ਇਹਨਾਂ ਵਿਦਿਆ ਦੇ ਖੋਜ ਲੈਣ ਵਾਲੇ, ਪਦਾਰਥਾਂ ਨੂੰ ਜਾਣਨ ਵਾਲੇ, ਸਰੀਰ ਦੇ ਅੰਦਰ ਬੈਠੇ ਦੇਖਣ ਵਾਲੇ ਅੰਦਰਲੇ ਦੀ ਵਿਦਿਆ ਦੇ ਗੁਰੂ ਸਨ ਤੇ ਇਹੋ ਵਿਦਿਆ ਉਹਨਾਂ ਸਿਖਾਈ। ਪਰੰਤੂ ਇਸ ਵਿਦਿਆ ਦੀਆਂ ਗੱਲਾਂ ਕਰਦਿਆਂ ਲੱਗਦੇ ਹੱਥ ਕਈ ਪਦਾਰਥਾਂ ਦੇ ਜ਼ਿਕਰ ਆ ਜਾਂਦੇ ਹਨ ਤੇ ਉਹਨਾਂ ਦੇ ਗੁਣ ਸੁਭਾਵਾਂ ਤੇ ਵਿਸਥਾਰ ਬਾਬਤ ਕੁਝ ਮੂੰਹੋਂ ਨਿਕਲ ਜਾਂਦਾ ਹੈ। ਸੋ ਐਸੇ ਮੌਕਿਆਂ ਤੇ ਪਦਾਰਥਾਂ ਦੀ ਵਿਦਿਆ ਭਾਵ ਓਬਜੈਕਟਿਵ ਸਾਇੰਸ ਦੇ ਕਿਸੇ ਮਾਮਲੇ ਦਾ ਜ਼ਿਕਰ ਆਇਆ ਹੈ ਤਾਂ ਅਸੀਂ ਕੀ ਦੇਖਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੇ ਖਿਆਲਾਤ ਬਿਲਕੁਲ ਦਰੁਸਤ ਹਨ। ਜੋ ਮਾਲੂਮੀਆਂ ਸਾਇੰਸ ਨੂੰ ਇਸ ਸਦੀ ਦੇ ਲਗਭਗ ਹੋਈਆਂ ਹਨ, ਉਹ ਸੁਤੇ ਸਿੱਧ ਸਤਿਗੁਰੂ ਜੀ ਨੂੰ ਉਸ ਵੇਲੇ ਮਾਲੂਮ ਸਨ। ਯਾਨੀ ਉਹ ਸਨ ਤਾਂ ਦੇਖਣਹਾਰ ਦੀ ਵਿਦਿਆ ਦੇ ਗੁਰੂ, ਭਾਵ ਸਬਜੈਕਟਿਵ ਵਿਦਿਆ। ਪਰ ਜੇ ਕਦੇ ਲੱਗਦੇ ਹੱਥ ਉਹਨਾਂ ਦੇ ਖਿਆਲਾਤ
ਜਾਂ ਅਨੁਭਵ ਦੇਸਣਹਾਰ ਭਾਵ ਓਬਜੈਕਟਿਵ ਦੀ ਵਿੱਦਿਆ ਦੇ ਮੁਤਲਕ ਪ੍ਰਗਟ ਹੋਏ ਤਾਂ ਉਹ ਬਿਲਕੁਲ ਸਹੀ ਅਤੇ ਦਰੁਸਤ ਸਨ। ਇਹ ਗੱਲ ਹੈਰਾਨੀ ਪਾਉਂਦੀ ਹੈ ਕਿ ਸਾਇੰਸ ਦੇ ਲਗਭਗ ਹਨੇਰੇ ਸਮੇਂ ਵਿੱਚ ਉਸ ਦੇਖਣਹਾਰ ਦੀ ਵਿੱਦਿਆ ਦੇ ਉਸਤਾਦ ਨੂੰ ਦਿਸਣਹਾਰ ਦੀ ਵਿੱਦਿਆ ਦੇ ਦਰੁਸਤ ਅਨੁਭਵ ਬਿਨਾਂ ਤਜਰਬੇ ਤੇ ਪ੍ਰੀਖਿਆਸ਼ਾਲਾ ਤੇ ਕਿਤਾਬਾਂ ਤੇ ਉਸਤਾਦਾਂ ਦੇ ਕੀਕੂ ਠੀਕ ਮਾਲੂਮ ਸਨ। ਮਸਲਨ ਉਹ ਦੱਸਦੇ ਹਨ ਕਿ ਜਿਵੇਂ ਹੇਠਾਂ ਬਲਦ ਨਹੀਂ ਹੈ ਤੇ ਇਹ ਖਿਆਲ ਗਲਤ ਹੈ, ਜੈਸੇ ਧਵਲ ਉੱਪਰ ਕੀਤਾ ਪਾਰ। ਦੂਜੇ ਸੂਰਜ ਨੂੰ ਖੜਾ ਨਹੀਂ ਦੱਸਦੇ, ਕਹਿੰਦੇ ਹਨ ਕਿ ਇਹ ਵੀ ਟੁਰਦਾ ਹੈ, ਜੈਸੇ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੇ ਚਲਤ ਨਾ ਅੰਤ। ਪਤਾਲ ਦੇ ਆਕਾਸ਼ 7 ਦੱਸੇ ਜਾਂਦੇ ਸਨ, ਪਰ ਗੁਰੂ ਜੀ ਅਣਗਿਣਤ ਦੱਸਦੇ ਹਨ, ਜੈਸੇ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ। ਪਾਤਾਲਾਂ ਆਕਾਸ਼ਾਂ ਤੋਂ ਮੁਰਾਦ ਤਾਰਿਆਂ ਦੇ ਤਬਕਾਂ ਤੋਂ ਵੀ ਹੈ, ਜੋ ਉਹਨਾਂ ਦੇ ਖਗੋਲ ਵਿੱਦਿਆ ਵਾਲੇ ਬੰਨ੍ਹਦੇ ਹਨ। ਤੀਜੇ ਸੂਰਜ ਚੰਦ ਇੱਕ ਹੀ ਨਹੀਂ ਦੱਸਦੇ, ਕਹਿੰਦੇ ਹਨ ਕੇਤੇ ਆ ਇੰਦ ਚੰਦ ਸੂਰ ਕੇਤੇ ਮੰਡਲ ਦੇਸ। ਇਹ ਦੋ ਇੱਕ ਖਿਆਲ ਵੜੰਗੀ ਮਾਤਰ ਹਨ। ਇਹਨਾਂ ਤੋਂ ਸਾਡਾ ਇਹ ਮਤਲਬ ਨਹੀਂ ਕਿ ਗੁਰੂ ਜੀ ਸਾਇੰਸ ਦੇ ਤਜਰਬੇ ਕਰਦੇ ਸਨ, ਨਹੀਂ, ਉਹ ਕਿਸੇ ਹੋਰ ਵਿੱਦਿਆ ਦੇ ਗੁਰੂ ਹਨ। ਉਹਨਾਂ ਦੀ ਵਿੱਦਿਆ ਨਾਲ ਇਨਸਾਨ ਕੀਕੂ ਜੀਵਨ ਸੁਖੀ ਲੰਘੇ ਤੇ ਆਪਣੇ ਆਸ਼ੇ ਨੂੰ ਪੂਰਾ ਕਰੇ ਤੇ ਚੋਲੇ ਛੱਡਣ ਬਾਅਦ ਤਰੱਕੀ ਦੇ ਮੰਡਲ ਅੱਪੜੇ ਦੀ ਗਮਤਾ ਪੈਦਾ ਕਰਦਾ ਹੈ। ਇਹ ਵਿੱਦਿਆ ਅਰਥਾਤ ਸਾਇੰਸ ਵਧੀ ਤੇ ਇਸ ਨੇ ਸੁੱਖ ਵੀ ਕਈ ਪੈਦਾ ਕੀਤੇ, ਪਰ ਇਸ ਨੇ ਅੰਦਰਲੇ ਦੇ ਸੁਭਾਅ ਨੂੰ ਨਹੀਂ ਬਦਲਿਆ। ਜੇ ਅੰਦਰਲਾ ਗਰਜੀ ਤੇ ਸਵਾਰਥੀ ਸੀ ਤਾਂ ਹੋਰ ਤ੍ਰਿਖਾ ਤੇ ਸਵਾਰਥੀ ਬਣ ਗਿਆ ਹੈ ਤੇ ਆਪਣੇ ਲਈ ਤੇ ਭਾਈਚਾਰੇ ਲਈ ਜਾਂ ਇੱਕ ਕੌਮ ਦੂਜੀ ਕੌਮ ਲਈ ਹਾਨੀਕਾਰਕ ਉਦਮਾਂ ਵਿੱਚ ਹੀ ਤਤਪਰ ਹੈ। ਭਾਵੇਂ ਉੱਚੇ ਆਦਰਸ਼ ਤਾਂ ਹਨ ਤੇ ਵਧੇ ਹਨ, ਇਨਸਾਨੀ ਸੁੱਖ ਤੇ ਭੋਗਾਂ ਦੇ ਸਾਮਾਨ ਵੀ ਵਧੇ ਹਨ, ਪਰ ਵਰਤੋਂ ਵਿੱਚ ਇਨਸਾਨ ਬਹੁਤਾ ਪਸ਼ੂ ਬ੍ਰਿਤੀ ਦੇ ਸਵਾਦਾਂ ਤੇ ਰਸਾਂ ਵੱਲੋਂ ਮੁੜਿਆ ਨਹੀਂ। ਸਤਿਗੁਰ ਦਾ ਆਦਰਸ਼ ਇਹ ਸੀ ਕਿ ਇਹ ਬਾਹਰਲੀਆਂ ਵਿੱਦਿਆ ਬੇਸ਼ੱਕ ਵਧਣ, ਪਰ ਪਹਿਲਾਂ ਅੰਦਰਲਾ ਪਸ਼ੂ ਪੁਣੇ ਤੋਂ ਮਨੁੱਖ ਪੁਣੇ ਤੇ ਦੇਵਤੇ ਪੁਣੇ ਵਿੱਚ ਆ ਜਾਵੇ, ਫਿਰ ਇਸ ਦੀ ਸਾਰੀ ਪਦਾਰਥ ਵਿੱਦਿਆ ਉਸ ਆਸ਼ੇ ਨੂੰ ਪੂਰਾ ਕਰੇਗੀ ਜਿਸ ਲਈ ਇਹ ਜੀਵਨ ਹੈ ਤੇ ਜਿਸ ਲਈ ਇਹ ਸੰਸਾਰ ਹੈ। ਇਸ ਕਰਕੇ ਉਹ ਸਾਰੀ ਆਯੂ ਆਪਣੀ ਵਿੱਦਿਆ ਸਿਖਾਉਂਦੇ ਰਹੇ, ਪਰ ਉਸ ਦੇ ਸਿਖਾਉਣ ਵਿੱਚ ਉਹਨਾਂ ਨੇ ਇਸ ਵਿੱਦਿਆ ਸਾਇੰਸ ਦੇ ਮੁਤਲਕ ਐਸੇ ਖਿਆਲ ਨਹੀਂ ਛੱਡੇ ਕਿ ਸਾਇੰਸ ਅੱਜ ਉਹਨਾਂ ਤੇ ਹਮਲਾ ਕਰਕੇ ਕਹਿ ਸਕੇ ਕਿ ਉਹਨਾਂ ਦੇ ਖਿਆਲਾਤ ਦਿਸਣ ਵਾਲੇ ਪਦਾਰਥਾਂ ਬਾਬਤ ਗਲਤ ਹਨ। ਸਤਿਗੁਰ ਦੇ ਸਾਇੰਸ ਸੰਬੰਧੀ ਖਿਆਲਾਤ ਦਰੁਸਤ ਨਿਕਲੇ ਹਨ, ਪਰ ਸਾਇੰਸ ਦੇ ਜਨਮ ਤੋਂ ਪਹਿਲਾਂ ਦਰੁਸਤ ਨਿਕਲੇ ਹਨ। ਸਾਇੰਸ ਵੇਤਾ ਜਦੋਂ ਆਪਣਾ ਮੰਡਲ ਛੱਡ ਕੇ ਰੂਹ ਦੀ ਹਸਤੀ, ਖੁਦਾ ਦੀ ਹਸਤੀ, ਮਰਨ ਬਾਅਦ ਜੀਵਨ ਹੈ ਕਿ ਨਹੀਂ ਵਿੱਚ ਜਾਂਦੇ ਹਨ ਤਾਂ ਉਹ ਆਪਣਾ ਮੰਡਲ ਛੱਡ ਜਾਂਦੇ ਹਨ। ਉਹ ਦਿਸਣਹਾਰ ਦੀ ਵਿੱਦਿਆ ਵਿੱਚੋਂ ਨਿਕਲ ਕੇ ਦੇਖਣਹਾਰ ਦੀ ਵਿੱਦਿਆ ਵਿੱਚ ਚਲੇ ਜਾਂਦੇ ਹਨ, ਪਰ ਆਪਣੇ ਨਾਲ ਸੰਦ ਬੰਦ ਹਥਿਆਰ ਤੇ ਔਜ਼ਾਰ ਉਹ ਦਿਸਣਹਾਰ ਦੀ ਵਿੱਦਿਆ ਦੇ ਲੈ ਜਾਂਦੇ ਹਨ ਤੇ ਇਸ ਤਰ੍ਹਾਂ ਕਈ ਵਾਰ ਗਲਤ ਹੁਕਮ ਸੁਣਾ ਦਿੰਦੇ ਹਨ। ਪਰ ਇੱਥੇ ਵੀ ਗੁਰੂ ਨਾਨਕ ਦੇਵ ਜੀ ਦੇ ਖਿਆਲ ਅਟੱਲ ਖਲੋਂਦੇ ਹਨ।
ਮਸਲਨ ਜਗਤ ਉਤਪਤੀ ਦੀਆਂ ਮਜ਼ਹਬੀ ਥਿਉਰੀਆਂ ਕਲਪਨਾ ਨੂੰ ਸਾਇੰਸ ਉਡਾ ਦਿੰਦੀ ਹੈ। ਚਾਹੇ ਅਜੇ ਸਾਇੰਸ ਆਪ ਇਸ ਪਾਸੇ ਕਾਫੀ ਤਰੱਕੀ ਨਹੀਂ ਕਰ ਚੁੱਕੀ, ਤਾਂ ਵੀ ਗੁਰੂ ਨਾਨਕ ਦੇਵ ਜੀ ਜਗਤ ਉਤਪਤੀ ਦੇ ਕਾਰਨ ਨੂੰ ਕਿਸੇ ਪਦਾਰਥ ਗਿਆਨ ਵਿੱਚ ਨਹੀਂ ਛੱਡਦੇ ਅਤੇ ਨਾ ਕੋਈ ਮਸਲਾ ਘੜਦੇ ਹਨ। ਉਹ ਦੱਸਦੇ ਹਨ ਕਿ ਇਸ ਦਾ ਕਾਰਨ ਅਨੰਤ ਵਿੱਚ ਹੈ। ਉਸ ਦਾ ਕੋਈ ਕ੍ਰਿਸ਼ਮਾ ਹੈ ਜਿਸ ਦਾ ਨਾਮ ਹੁਕਮ ਰੱਖਦੇ ਹਨ ਅਤੇ ਉਸ ਨੂੰ ਅਗੰਮ ਦੱਸਦੇ ਹਨ। ਸੋ ਉਹ ਸਾਇੰਸ ਵੇਤਾ ਨੂੰ ਦੱਸਦੇ ਹਨ ਕਿ ਜੇਕੂ ਤੁਸੀਂ ਅੱਗ ਨੂੰ ਜਾਣਦੇ ਹੋਏ ਨਹੀਂ ਜਾਣਦੇ ਕਿ ਇਹ ਕਿਉਂ ਬਲਦੀ ਹੈ, ਕਿਉਂ ਸਾੜਦੀ ਹੈ, ਇਸੇ ਤਰ੍ਹਾਂ ਪਦਾਰਥਾਂ ਦੇ ਮੇਲ ਜੋਲ, ਉੱਨਤੀ, ਸਿੰਜਰਣ, ਮੌਲਣ, ਐਵੈਲੂਏਸ਼ਨ ਦੇ ਕਾਨੂੰਨ ਤੁਸੀਂ ਜਾਣੋ, ਪਰੰਤੂ ਤੁਸੀਂ ਅਨੰਤ ਦੇ ਹੁਕਮ ਦੇ ਕਾਨੂੰਨ ਨੂੰ ਨਹੀਂ ਜਾਣ ਸਕਦੇ। ਉਹ ਦੂਸਰੀ ਵਿੱਦਿਆ ਹੈ। ਪਰ ਉੱਥੇ ਲੈਬਾਰਟਰੀ ਦੀ ਮੇਜ਼ ਤਜਰਬੇ ਦਾ ਮੰਡਲ ਖੇਡ ਨਹੀਂ, ਪਰ ਮਨੁੱਖ ਦਾ ਅੰਦਰਲਾ ਆਪ ਹੀ ਤਜਰਬੇਕਾਰ ਹੈ ਅਤੇ ਉਸ ਦਾ ਆਪਾ ਹੀ ਤਜਰਬੇ ਦੀ ਮੇਜ਼ ਹੈ ਅਤੇ ਆਪੇ ਦਾ ਡਾਇਲ ਹੀ ਲਖਾਵਣਹਾਰ ਭਾਵ ਇੰਡੀਕੇਟਰ ਹੈ। ਜੈਸੇ ਆਪੀਨੇ ਆਪ ਸਾਜਿਓ, ਆਪੀਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ, ਕਰ ਆਸਣ ਡਿਠੋ ਚਾਉ। ਅਰਥਾਰਥ ਉਸ ਗਿਆਨ ਤੇ ਜਾਂ ਉਸ ਵਿੱਦਿਆ ਦੇ ਖੇਤਰ ਤੇ ਖੇਤਰੱਗ ਇੱਕੋ ਹਨ। ਖੇਤਰ ਤੋਂ ਭਾਵ ਫੀਲਡ ਆਫ ਨੌਲੇਜ ਅਤੇ ਖੇਤਰੱਗਿਆ ਦਾ ਨੋਵਰ, ਜਾਣਨ ਵਾਲਾ। ਕਈ ਵੇਰ ਸਾਇੰਸ ਆਖਦੀ ਹੈ ਰੱਬ ਹੈ ਨਹੀਂ। ਸਤਿਗੁਰ ਨਾਨਕ ਆਖਦਾ ਹੈ, ਹੇ ਭਲੇ ਪੁਰਖ, ਆਪਣੀ ਵਿੱਦਿਆ ਦੀ ਹੱਦ ਵਿੱਚ ਰਹੋ। ਤੂੰ ਕੁਦਰਤ ਦੀ ਖੋਜ ਵਿੱਚ ਹੈ। ਉਹ ਤੇਰੀ ਕੁਦਰਤ ਦੀ ਵਿੱਦਿਆ ਦੇ ਕਾਇਦਿਆਂ ਤੋਂ ਉੱਚਾ ਹੈ। ਉਹ ਕਾਦਰ ਹੈ। ਸਤਿਗੁਰ ਕੁਦਰਤ ਅਤੇ ਕਾਦਰ ਦਾ ਹਿਸਾਬ ਐਉਂ ਦੱਸਦੇ ਹਨ। ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਉ ਸੁਖ ਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਤੇਬਾ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਣਸੀ ਰੰਗੀ, ਕੁਦਰਤ ਜੀਅ ਜਹਾਨ, ਕੁਦਰਤ ਨੇਕੀਆ ਕੁਦਰਤ ਬਦੀਆ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ। ਨਾਨਕ ਹੁਕਮੈ ਅੰਦਰ ਵੇਖੈ, ਵਰਤੈ ਤਾਕੋ ਤਾਕ। ਵਾਰ ਆਸਾ ਮਹੱਲਾ ਪਹਿਲਾ। ਸੁਣਨ ਵਿੱਚ, ਦੇਖਣ ਵਿੱਚ, ਪ੍ਰਤੀਤੀ ਵਿੱਚ ਆਉਣ ਵਾਲੀ ਸਾਰੇ ਸਮੁਦਾਇ ਕੁਦਰਤ ਦੀ ਫਹਿਰਿਸਤ ਵਿੱਚ ਹੈ। ਆਕਾਰ ਸਭ ਕੁਦਰਤ ਹੈ। ਹੇ ਜੀਵ, ਤੇਰੀ ਸਾਰੀ ਵਿਚਾਰ, ਮਨ, ਬੁੱਧੀ, ਇੰਟੈਲੈਕਟ, ਵਿੱਦਿਆ, ਪੁਸਤਕਾਂ ਸਭ ਕੁਦਰਤ ਹਨ। ਇਹ ਸਾਰੀ ਕੁਦਰਤ ਕੀਤੀ ਹੋਈ ਹੈ। ਇਸ ਦਾ ਇੱਕ ਹੋਰ ਕਾਦਰ ਹੈ ਜੋ ਇਸ ਦੇ ਕਾਨੂੰਨਾਂ ਦੇ ਹੇਠ ਨਹੀਂ, ਉਹਨਾਂ ਤੋਂ ਉੱਚਾ ਹੈ, ਇਹਨਾਂ ਤੋਂ ਪਾਕ ਹੈ, ਬਿਲਕੁਲ ਪਾਕ ਹੈ। ਉਹ ਕਾਦਰ ਆਪਣੀ ਇੱਕ ਤਾਕਤ, ਹੁਕਮ
ਵਿੱਚ ਇਸ ਸਾਰੀ ਦਾ ਸ੍ਰਿਸ਼ਟਾ ਹੈ ਤੇ ਇਸ ਨਾਲ ਉਸੇ ਹੁਕਮ ਨਾਲ ਵਰਤਦਾ ਹੈ। ਇਸ ਕੁਦਰਤ ਵਿੱਚ ਉਹ ਵਸਿਆ ਹੋਇਆ ਵੀ ਹੈ। ਜੈਸੇ ਬਲਿਹਾਰੀ ਕੁਦਰਤ ਵਸਿਆ, ਜਾਂ ਇਹੋ ਜਗ ਸੱਚੇ ਸੱਚੈ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਪਰ ਉਹ ਵਰਤਦਾ ਕਾਦਰ ਹੋ ਕੇ ਹੈ ਤੇ ਉਸ ਦੀ ਵਰਤਨ ਦੀ ਤਰਕੀਬ ਦਾ ਨਾਮ ਹੁਕਮ ਹੈ ਤੇ ਉਹ ਵਰਤਦਾ ਹੋਇਆ ਇੱਕੋ ਇੱਕ ਹੈ। ਕੁਦਰਤ ਦੇ ਸਭ ਕਾਨੂੰਨਾਂ ਤੋਂ ਪਾਕ ਹੈ, ਪਰੇ ਹੈ, ਉੱਚਾ ਹੈ ਤੇ ਉਹਨਾਂ ਪਰ ਹਾਵੀ ਹੈ। ਇੱਕ ਵਾਰ ਫਿਰ ਦੇਖੀਏ, ਇਹ ਸਾਰੀ ਕੁਦਰਤ ਕੀਤੀ ਹੋਈ ਹੈ। ਇਸ ਦਾ ਇੱਕ ਹੋਰ ਕਾਦਰ ਹੈ ਜੋ ਇਸ ਦੇ ਕਾਨੂੰਨਾਂ ਦੇ ਹੇਠ ਨਹੀਂ, ਉਹਨਾਂ ਤੋਂ ਉੱਚਾ ਹੈ, ਇਹਨਾਂ ਤੋਂ ਪਾਕ ਹੈ, ਬਿਲਕੁਲ ਪਾਕ ਹੈ। ਉਹ ਕਾਦਰ ਆਪਣੀ ਇੱਕ ਤਾਕਤ ਹੁਕਮ ਵਿੱਚ ਇਸ ਸਾਰੀ ਦਾ ਸ੍ਰਿਸ਼ਟਾ ਹੈ ਤੇ ਇਸ ਨਾਲ ਉਸੇ ਹੁਕਮ ਨਾਲ ਵਰਤਦਾ ਹੈ। ਇਸ ਕੁਦਰਤ ਵਿੱਚ ਉਹ ਵਸਿਆ ਹੋਇਆ ਵੀ ਹੈ, ਪਰ ਉਹ ਵਰਤਦਾ ਕਾਦਰ ਹੋ ਕੇ ਹੈ ਤੇ ਉਸ ਦੀ ਵਰਤਨ ਦੀ ਤਰਕੀਬ ਦਾ ਨਾਮ ਹੁਕਮ ਹੈ ਤੇ ਉਹ ਵਰਤਦਾ ਹੋਇਆ ਇੱਕੋ ਇੱਕ ਹੈ। ਕੁਦਰਤ ਦੇ ਸਭ ਕਾਨੂੰਨਾਂ ਲੌਜ਼ ਤੋਂ ਪਾਕ ਹੈ, ਪਰੇ ਹੈ, ਉੱਚਾ ਹੈ ਤੇ ਉਹਨਾਂ ਪਰ ਹਾਵੀ ਹੈ। ਉਸ ਨੂੰ ਜਾਣਨੇ ਲਈ ਤੇਰੀ ਸਮਝ ਨਹੀਂ ਕੰਮ ਕਰ ਸਕਦੀ। ਇਹ ਤੇਰੀ ਸਮਝ ਕੁਦਰਤ ਦਾ ਹਿੱਸਾ ਹੈ, ਇਹ ਕਾਦਰ ਨੂੰ ਨਹੀਂ ਜਾਣ ਸਕਦੀ। ਜੇ ਤੂੰ ਜਾਣਨਾ ਹੈ ਤਾਂ ਸਾਡੀ ਵਿਦਿਆ ਵਿੱਚ ਆ। ਫੇਰ ਸਤਿਗੁਰ ਵਿਸਮਾਦ ਦਾ ਤਰੀਕਾ ਦੱਸਦੇ ਹਨ, ਜਿਸ ਨਾਲ ਰੱਬ ਲਖੀਦਾ ਹੈ, ਜਿਸ ਨਾਲ ਕਾਦਰ ਦਾ ਅਨੁਭਵ ਸਾਖੀ ਤਰੀਕੇ ਭਾਵ ਸਬਜੈਕਟਿਵ ਮੈਥਡ ਨਾਲ ਪ੍ਰਾਪਤ ਹੁੰਦਾ ਹੈ। ਵਿਸਮਾਦ ਅਵਸਥਾ ਨੂੰ ਸਮਝਣ ਲਈ ਅਸੀਂ ਇੱਕ ਮਿਸਾਲ ਤੇ ਵਰਤੋਂ ਦਾ ਤਜਰਬਾ ਦਿੰਦੇ ਹਾਂ। ਜਦੋਂ ਵੀ ਸੁੰਦਰ ਪਦਾਰਥ ਅਚਾਨਕ ਦੇਖੋ, ਉਸ ਵੇਲੇ ਇੱਕ ਭਲਕਾਰਾ ਬੇਸੁੱਧੀ ਜਿਹੀ ਦਾ ਲੰਘਦਾ ਹੈ ਜੋ ਬਹੁਤ ਹੀ ਥੋੜਾ ਚਿਰ ਰਹਿੰਦਾ ਹੈ। ਮਾਨੋ ਉਸੇ ਦਮ ਮਨ ਦੀ ਸ਼ਕਤੀ ਸੋਚਣ, ਜਾਣਨ, ਪ੍ਰਤੀਤੀ ਦੀ ਖੜੋ ਜਾਂਦੀ ਹੈ। ਉਸ ਵੇਲੇ ਹੁੰਦਾ ਕੀ ਹੈ? ਅੰਦਰਲਾ ਉਸ ਵੇਲੇ ਅਨੰਤ ਨਾਲ ਠੋਕਰ ਖਾਂਦਾ ਹੈ। ਖਾਂਦੇ ਸਾਰ ਜਦ ਆਪ ਫੇਰ ਪਿੱਛੇ ਮੁੜਦਾ ਹੈ ਤਾਂ ਝਟਪਟ ਬੁੱਧੀ ਫੇਰ ਕੰਮ ਕਰਦੀ ਹੈ ਤੇ ਆਖਦੀ ਹੈ ਵਾਹ ਵਾਹ, ਤੇ ਵਾਹ ਵਾਹ ਕਹਿ ਕੇ ਹੋਰ ਕੁਝ ਦੱਸ ਨਹੀਂ ਸਕਦੀ। ਪਰ ਉਸ ਡੁਬਕੇ ਦਾ ਅਨੁਭਵ ਕਿਸੇ ਸਵਾਦ ਦੀ ਯਾਦ ਵਿੱਚ ਪ੍ਰਤੀਤ ਕਰਦੀ ਹੈ ਜੋ ਆਪੇ ਨੂੰ ਅਨੰਤ ਵਿੱਚ ਵੱਜਾ ਸੀ ਤੇ ਜਿਸ ਦੀ ਛੂਹ ਆਪੇ ਨੇ ਬੁੱਧੀ ਨੂੰ ਆ ਕੇ ਲਾਈ ਸੀ। ਗੁਰੂ ਜੀ ਦੱਸਦੇ ਹਨ ਕਿ ਆਪਣੀ ਵਿਚਾਰ ਸੋਚ ਤੋਂ ਜੋ ਕੁਦਰਤ ਦਾ ਹਿੱਸਾ ਹੈ, ਉੱਚਾ ਉੱਠ ਤੇ ਵਿਸਮਾਦ ਵਿੱਚ ਆ। ਵਿਸਮਾਦ ਤੈਨੂੰ ਅੰਦਰਲੇ ਆਪੇ ਵੱਲ ਰੁੱਖ ਦੇਵੇਗਾ। ਹਾਂ, ਇਉਂ ਆਪਣੇ ਅੰਦਰ ਆ, ਆਪਣੇ ਅੰਦਰਲੇ ਵਿੱਚ ਟਿਕ। ਅੰਦਰੋਂ ਜਦ ਵਿਸਮਾਦ ਤੋਂ ਲੀਨਤਾ ਵਿੱਚ ਜਾਵੇਂਗਾ ਤਾਂ ਤੈਨੂੰ ਅਨੰਤ ਦੀ ਛੂਹ ਦਾ ਤਜਰਬਾ ਹੋ ਜਾਏਗਾ। ਜੇ ਤੂੰ ਇਸ ਦੀ ਜਾਂਚ ਸਿੱਖਣੀ ਚਾਹੇ ਤਾਂ ਸਿਮਰਨ ਵਿੱਚ ਆ, ਜਿਸ ਨਾਲ ਲੇਵ ਲੱਗੇਗੀ। ਇਸ ਲੇਵ ਵਿੱਚ ਅਨੰਤ ਦੀ ਛੂਹ ਦੇ ਢਹੋਲੇ ਆਇਆ ਕਰਨਗੇ। ਤਦ ਤੈਨੂੰ ਕਾਦਰ ਦੀ ਸੋਝੀ ਹੋ ਜਾਵੇਗੀ। ਫਿਰ ਤੈਨੂੰ ਦ੍ਰਿਸ਼ਟਮਾਨ ਦੇ ਪਦਾਰਥਾਂ ਵਿੱਚ ਵੀ ਉਸ ਦੇ ਵਿਸਮਾਦ ਦਾ ਝਲਕਾ ਦਿਸੇਗਾ। ਜਦ ਤੈਨੂੰ ਕਾਦਰ ਦੀ ਸੋਝੀ ਹੋ ਜਾਏਗੀ, ਫਿਰ ਤੈਨੂੰ ਦ੍ਰਿਸ਼ਟਮਾਨ ਦੇ ਪਦਾਰਥਾਂ ਵਿੱਚ ਵੀ ਉਸ ਦੇ ਵਿਸਮਾਦ ਦਾ ਝਲਕਾ ਦਿਸੇਗਾ। ਜੀਕੂ ਲੋਕੀ ਸੰਤਰੇ ਵਿੱਚ ਸੰਤਰਾ ਵੇਖਦੇ ਹਨ, ਪਰ ਹੇ ਸਾਇੰਸ ਵੇਤਾ, ਤੈਨੂੰ ਇਸ ਵਿੱਚ ਸਿਟਰਿਕ ਐਸਿਡ, ਨਿੰਬੂ ਖਟਾਸ
ਬੈਠਾ ਹੋਇਆ ਨਜ਼ਰ ਪੈਂਦਾ ਹੈ। ਸੰਤਰੇ ਵਿੱਚੋਂ ਨਿੰਬੂ ਖਟਾਸ ਜੁਦਾ ਕਰਕੇ ਵੇਖਣ ਲਈ ਕੈਮਿਸਟਰੀ ਰਸਾਇਣ ਵਿਦਿਆ ਦੀ ਲੋੜ ਹੈ। ਵਾਹਿਗੁਰੂ ਵਿਆਪਕ ਦੇ ਝਲਕੇ ਲਈ ਪਹਿਲਾਂ ਸਿਫਤ ਸਲਾਹ ਤੇ ਨਾਮ ਦੀ ਅਨੁਭਵੀ ਵਿਦਿਆ ਦੀ ਲੋੜ ਹੈ। ਗੱਲ ਕੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਜੀ ਇਸ ਵਿਦਿਆ ਦੇ ਨਿਰੇ ਮਸਲੇ ਮਾਤਰ ਨਹੀਂ ਦਿੰਦੇ, ਸਗੋਂ ਅਮਲੀ ਤਜਰਬੇ ਵਿੱਚ ਆਉਣ ਵਾਲੇ ਅਸੂਲ ਦੱਸਦੇ ਹਨ, ਜਿਨ੍ਹਾਂ ਦੇ ਵਿਸਥਾਰ ਦੀ ਇੱਥੇ ਲੋੜ ਨਹੀਂ। ਮਰਨ ਦੇ ਬਾਅਦ ਜੀਵ ਦੇ ਰਹਿਣ ਬਾਬਤ ਸਤਿਗੁਰੂ ਜੀ ਸਾਫ਼ ਪਤੇ ਦਿੰਦੇ ਹਨ। ਪੱਛਮ ਵਿੱਚ ਵੀ ਹੁਣ ਖੋਜ ਪੜਤਾਲ ਇਸ ਪਾਸੇ ਰੁਖ ਕਰ ਰਹੀ ਹੈ ਤੇ ਕਈ ਵੱਡੇ ਸਾਇੰਸਵੇਤਾ ਵੀ ਇਸ ਦੀ ਹੋਂਦ ਬਾਬਤ ਪੁਸਤਕਾਂ ਲਿਖ ਰਹੇ ਹਨ। ਸੋ ਗੁਰੂ ਨਾਨਕ ਦੇਵ ਜੀ ਦੇ ਅਨੁਭਵ ਨੂੰ ਆਪਣੇ ਸੱਚ ਦੇ ਆਧਾਰ ਤੇ ਹੋਣ ਕਰਕੇ ਜਿਉਂ ਕਾ ਤਿਉਂ ਜਗਤ ਆਧਾਰ ਹੋਣ ਦਾ ਅਹਿਲ ਪਦ ਪ੍ਰਾਪਤ ਹੈ। 5 ਸਦੀਆਂ ਵਿੱਚ ਫਿਲਾਸਫੀ, ਭਾਈਚਾਰਕ ਵਿਦਿਆ ਤੇ ਸਾਇੰਸ ਵਿੱਚ ਬੜੀਆਂ ਤਬਦੀਲੀਆਂ ਹੋਈਆਂ ਹਨ, ਪਰੰਤੂ ਉਹਨਾਂ ਦਾ ਅਨੁਭਵ ਜਿਉਂ ਕਾ ਤਿਉਂ ਸੱਚ ਪਰ ਟਿਕਿਆ ਨਵਾਂ ਨਕੋਰ ਖੜਾ ਹੈ। ਸਤਿਗੁਰ ਨਾਨਕ ਦਾ ਅਨੁਭਵ ਸਰਬਕਾਲੀ ਹੈ ਤੇ ਗੁਰੂ ਨਾਨਕ ਸਰਬਕਾਲੀ ਸਤਿਗੁਰ ਹਨ। ਸੋ ਸਤਿਗੁਰੂ ਜੀ ਨੇ ਪਦਾਰਥ ਵਿਦਿਆ ਤੇ ਆਤਮ ਵਿਦਿਆ ਦੇ ਟਿਕਾਣੇ ਸਪਸ਼ਟ ਦੱਸ ਦਿੱਤੇ। ਜੋ ਦਿਸਦਾ ਭਾਸਦਾ ਜਾਣੀਦਾ ਹੈ, ਵਿਚਾਰ ਸਮੇਤ ਸਭ ਕੁਦਰਤ ਹੈ। ਇਸ ਦੀ ਖੋਜ ਸਾਇੰਸ ਤੇ ਵਿਦਿਆ ਨੇ ਕਰਨੀ ਹੈ। ਇਹ ਕਰੇ ਸਤਿਗੁਰ ਆਪ ਇਸ ਦੇ ਦਰੁਸਤ ਖਿਆਲ ਦੇ ਗਏ ਹਨ ਤੇ ਗਲਤ ਖਿਆਲਾਂ ਨੂੰ ਕੱਟ ਕੇ ਇਸ ਦੀ ਮਾਨੋਂ ਨੀਂਹ ਧਰ ਗਏ ਹਨ, ਪਰ ਨਾਲ ਹੀ ਆਪਣਾ ਇਹ ਭੁਲੇਖਾ ਕੱਟ ਗਏ ਹਨ ਕਿ ਇਹ ਵਿਦਿਆ ਕਾਦਰ ਦੀ ਵਿਦਿਆ ਨੂੰ ਜਾਣ ਸਕੇ, ਕਿ ਇਹ ਵਿਦਿਆ ਕਾਦਰ ਦੀ ਵਿਦਿਆ ਨੂੰ ਜਾਣ ਸਕੇ। ਇਨਸਾਨ ਦੀ ਬੁੱਧੀ ਕੁਦਰਤ ਦਾ ਹਿੱਸਾ ਉਹਨਾਂ ਨੇ ਦੱਸਿਆ ਇਹ ਕਾਦਰ ਨੂੰ ਜਾਣ ਨਹੀਂ ਸਕਦੀ, ਜਿਵੇਂ ਕਿ ਇਹ ਦ੍ਰਿਸ਼ਟਮਾਨ ਨੂੰ ਜਾਣ ਸਕਦੀ ਹੈ। ਕਾਦਰ ਨੂੰ ਜਾਣਨਾ ਦ੍ਰਿਸ਼ਟੀ ਦਾ ਅਨੁਭਵ ਕਰਨਾ ਹੈ। ਜਿਵੇਂ ਨਜ਼ਰ ਨਾਲ ਜਗਤ ਵੇਖਦਾ ਹੈ, ਪਰ ਨਜ਼ਰ ਨੂੰ ਦ੍ਰਿਸ਼ਟਮਾਨ ਕਰਕੇ ਹੋਰ ਦਿਸਦੇ ਪਦਾਰਥਾਂ ਵਾਂਗੂ ਨਹੀਂ ਦੇਖ ਸਕੀਦਾ। ਨਜ਼ਰ ਨੂੰ ਦ੍ਰਿਸ਼ਟਾਪਨੇ ਦੇ ਰੰਗ ਵਿੱਚ ਲਖੀਦਾ ਹੈ। ਸੋ ਸਰਬ ਦ੍ਰਿਸ਼ਟਾ ਵਾਹਿਗੁਰੂ ਨੂੰ ਜਾਣਨ ਲਈ ਉਹਨਾਂ ਦਾ ਦੱਸਿਆ ਅਮਲੀ ਤਰੀਕਾ ਸਿਫਤ ਸਲਾਹ ਤੇ ਸਿਮਰਨ ਦਾ ਧਾਰਨ ਕਰੋ ਤੇ ਲਿਵ ਵਿੱਚ ਜਾਓ। ਉੱਥੇ ਸਿੱਧ ਜਾਂ ਸੁੱਧ ਇੱਕ ਹੋਰ ਬੁੱਧੀ ਲਿਸ਼ਕਾਰਾ ਮਾਰੇਗੀ, ਜਿਸ ਦੁਆਰਾ ਆਪੇ ਵਿੱਚ ਆਪੇ ਦਾ ਦ੍ਰਿਸ਼ਟਾ ਸਰੂਪ, ਸਾਖੀ ਸਰੂਪ, ਦੇਖਣਹਾਰ, ਜਾਣਨਹਾਰ ਰੂਪ ਦਾ ਅਨੁਭਵ ਵੱਜਦਾ ਹੈ ਤੇ ਪੜ੍ਹਿਆ ਅਨਪੜ੍ਹਿਆ ਅੰਦਰਲੇ ਦੀ ਸੋਝੀ ਪਾ ਸਕਦਾ ਹੈ। ਜੋ ਸੋਝੀ ਕੇ ਦ੍ਰਿਸ਼ਟਮਾਨ ਢੰਗ ਦੀ ਨਹੀਂ, ਐਉਂ ਗੁਰੂ ਨਾਨਕ ਦੇ ਦੱਸੇ ਖਿਆਲ ਮੰਡਲ ਵਿੱਚ ਅੰਤਰੰਗ ਤੇ ਬਹੁਰੰਗ ਵਿਦਿਆ ਹੱਥੋਂ ਹੱਥੀ ਟੁਰਦੀਆਂ ਹਨ ਤੇ ਟੱਕਰਦੀਆਂ ਨਹੀਂ ਹਨ। ਸੰਗਤ ਜੀ, ਇਹ ਪ੍ਰਸੰਗ ਇੱਥੇ ਹੀ ਖਤਮ ਹੈ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦਾ ਪ੍ਰਸੰਗ ਆਵੇਗਾ ਸਭ ਤੇ ਵੱਡਾ ਸਤਿਗੁਰ ਨਾਨਕ।